सत श्री अकाल। तुसीं देख रहे हो पंजाब मेल यूएसए टीवी। मैं वरुण कौर मान। खबरां दे बुलेटिन 'ਚ ਤੁਹਾਡਾ स्वागत। खबरां दे बुलेटिन ਦੇ स्पॉन्सर रीमैक्स ਦੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਵੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਭਾਰਤ ਦੇ ਕਈ ਸ਼ਹਿਰਾਂ ਵਿੱਚ ਅੱਜ ਤੋਂ ਸ਼ੁਰੂ ਹੋਈ ਡੀਜੀ ਯਾਤਰਾ ਐਪ। ਹੁਣ ਤੁਹਾਡਾ ਚਿਹਰਾ ਹੋਵੇਗਾ ਬੋਰਡਿੰਗ ਪਾਸ, ਹੋਏਗਾ ਸੁਖਾਲਾ ਹਵਾਈ ਸਫ਼ਰ। थाईलैंड ਦੇ ऑनलाइन वीजे ਲਈ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ 7 ਗੁਣਾ ਵਧੀ। ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ 1 ਸਾਲ ਵਿੱਚ 1.25 ਲੱਖ ਪ੍ਰਵਾਸੀਆਂ ਨੂੰ ਬਣਾਇਆ ਸਥਾਈ ਨਾਗਰਿਕ। ਬੰਬਈ ਹਵਾਈ ਅੱਡਾ ਟਰਮੀਨਲ 2 ਦਾ ਸਿਸਟਮ ਬਹਾਲ, ਹੋਈਆਂ ਸੀ ਉਡਾਣਾਂ ਪ੍ਰਭਾਵਿਤ। ਮਾਰਚ 2024 ਤੱਕ ਵਿਸਤਾਰਾ 에ਅਰਲਾਈਨਜ਼ ਅਤੇ 에ਅਰ ਇੰਡੀਆ ਦਾ ਹੋਵੇਗਾ ਰਲੇਵਾਂ, ਟਾਟਾ ਗਰੁੱਪ ਨੇ ਕੀਤਾ ਐਲਾਨ। ਭਾਰਤ ਦੀਆਂ ਸਰਹੱਦ ਨੇੜੇ ਸੈਨਾ ਦੀਆਂ ਚੌਂਕੀਆਂ ਬਣਾ ਰਿਹਾ ਚੀਨ, ਅਮਰੀਕੀ ਸੰਸਦ ਮੈਂਬਰਾਂ ਨੇ ਜਤਾਈ ਚਿੰਤਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਕੋਰੋਨਾ ਦੇ ਸ਼ਿਕਾਰ, ਟੈਸਟ ਪੋਜ਼ਿਟਿਵ। ਅਮਰੀਕਾ ਨੇ ਅਲ-ਕਾਇਦਾ ਅਤੇ ਤਾਲਿਬਾਨ ਦੇ 4 ਨੇਤਾਵਾਂ ਨੂੰ ਐਲਾਨਿਆ ਗਲੋਬਲ ਅੱਤਵਾਦੀ। ਤਾਲਿਬਾਨ ਨੇ ਅਫਗਾਨਿਸਤਾਨ ਵਿੱਚ ਵੌਇਸ ਆਫ ਅਮਰੀਕਾ ਦਾ ਪ੍ਰਸਾਰਣ ਰੋਕਿਆ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਹਵਾਈ ਯਾਤਰੀਆਂ ਲਈ ਖੁਸ਼ਖਬਰੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ 1 ਦਸੰਬਰ ਤੋਂ ਅਧਿਕਾਰਤ ਤੌਰ ਤੇ ਡੀਜੀ ਯਾਤਰਾ ਐਪ ਦੀ ਸ਼ੁਰੂਆਤ ਕੀਤੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਇਸ ਐਪ ਨੂੰ ਲਾਂਚ ਕੀਤਾ। ਸਭ ਤੋਂ ਪਹਿਲਾਂ ਇਹ ਦਿੱਲੀ, ਬੈਂਗਲੁਰੂ ਅਤੇ ਵਾਰਾਣਸੀ ਤੋਂ ਸ਼ੁਰੂ ਹੋਣ ਜਾ ਰਿਹਾ। ਇਸ ਦਾ ਦੂਜਾ ਪੜਾਅ ਮਾਰਚ 2023 ਵਿੱਚ ਸ਼ੁਰੂ ਹੋਏਗਾ। ਇਸ ਪੜਾਅ ਵਿੱਚ ਡਿੱਗੀ ਯਾਤਰਾ ਗਿਆ ਵਿਜੇਵਾੜਾ, ਹੈਦਰਾਬਾਦ, ਕੋਲਕਾਤਾ, ਪੁਣੇ ਤੋਂ ਸ਼ੁਰੂ ਹੋਏਗੀ। ਇਸੇ ਤਰ੍ਹਾਂ ਤੀਜੇ ਪੜਾਅ ਵਿੱਚ ਇਸ ਨੂੰ ਦੇਸ਼ ਭਰ ਵਿੱਚ ਲਾਗੂ ਕੀਤਾ ਜਾਏਗਾ। ਇਸ ਐਪ ਦਾ ਉਦੇਸ਼ ਯਾਤਰਾ ਦੌਰਾਨ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨਾ ਅਤੇ ਪ੍ਰਕਿਰਿਆ ਨੂੰ ਕਾਗਜ਼ ਰਹਿਤ ਬਣਾਉਣਾ ਹੈ। ਡੀਜੀ ਯਾਤਰਾ ਇੱਕ ਵਿਕੇਂਦਰੀਕ੍ਰਿਤ ਮੋਬਾਈਲ ਵਾਇਲਟ ਆਧਾਰਿਤ ਪਛਾਣ ਪਲੇਟਫਾਰਮ ਹੈ, ਜੋ ਕਿ ਲਾਗਤ ਪ੍ਰਭਾਵਸ਼ਾਲੀ ਹੈ ਅਤੇ ਗੋਪਨੀਯਤਾ ਅਤੇ ਡਾਟਾ ਸੁਰੱਖਿਆ ਨਾਲ ਸੰਬੰਧਿਤ ਮੁੱਦਿਆਂ ਦਾ ਵੀ ਧਿਆਨ ਰੱਖਦਾ ਹੈ। ਇਸ ਪ੍ਰੋਜੈਕਟ ਦੇ ਤਹਿਤ ਫੌਜੀ ਡੀਜੀ ਯਾਤਰਾ ਫਾਊਂਡੇਸ਼ਨ ਇੱਕ ਪੈਨ ਇੰਡੀਆ ਯੂਨਿਟ ਅਤੇ ਯਾਤਰੀ ਆਈਡੀ ਪ੍ਰਮਾਣਕਤਾ ਪ੍ਰਕਿਰਿਆ ਦਾ ਨਿਗਰਾਨ ਹੋਏਗਾ। DYF ਨੂੰ ਕੰਪਨੀਜ਼ ਐਕਟ 2013 ਦੀ ਧਾਰਾ 8 ਦੇ ਤਹਿਤ ਇੱਕ ਸੰਯੁਕਤ ਉਦਮ ਕੰਪਨੀ ਵਜੋਂ 2019 ਵਿੱਚ ਸਥਾਪਿਤ ਕੀਤਾ ਗਿਆ ਸੀ, ਜਿਸ ਵਿੱਚ ਏਅਰਪੋਰਟ ਅਥਾਰਟੀ ਆਫ ਇੰਡੀਆ ਕੋਲ 26% ਸ਼ੇਅਰ ਨੇ, ਜਦੋਂ ਕਿ ਬਾਕੀ ਦੇ 74% ਸ਼ੇਅਰ ਹਵਾਈ ਅੱਡਿਆਂ ਦੇ ਨਿੱਜੀ ਆਪਰੇਟਰਾਂ ਦੀ ਮਲਕੀਅਤ ਹੋਣਗੇ। ਬੈਂਗਲੁਰੂ, ਦਿੱਲੀ, ਹੈਦਰਾਬਾਦ, ਮੁੰਬਈ ਅਤੇ ਕੋਚੀ ਵਿੱਚ ਇਹ ਸੇਵਾ ਸ਼ੁਰੂ ਹੋਏਗੀ। ਭਾਰਤ ਤੋਂ ਥਾਈਲੈਂਡ ਵੀਜ਼ਾ ਆਨਲਾਈਨ ਅਰਾਈਵਲ ਲਈ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ ਇਸ ਸਾਲ ਮਾਰਚ ਤੋਂ ਅਕਤੂਬਰ ਦਰਮਿਆਨ 7 ਗੁਣਾ ਵੱਧ ਗਈ ਹੈ। ਇਹ ਜਾਣਕਾਰੀ ਵੀਜ਼ਾ ਲਈ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਦੇ ਲਈ ਏਜੰਸੀ VFS ਗਲੋਬਲ ਨੇ ਸਾਂਝੀ ਕੀਤੀ ਹੈ। VFS ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇੱਥੋਂ ਥਾਈਲੈਂਡ ਦਾ ਮੌਕੇ ਤੇ ਵੀਜ਼ਾ ਲੈਣ ਲਈ ਆਨਲਾਈਨ ਦਰਖਾਸਤ ਕਰਨ ਵਾਲਿਆਂ ਦੀ ਗਿਣਤੀ 'ਚ ਭਾਰੀ ਉਛਾਲ ਆਇਆ। ਭਾਰਤ ਸਰਕਾਰ ਨੇ ਕਰੋਨਾ ਤੋਂ ਬਾਅਦ ਇਸ ਸਾਲ ਮਾਰਚ ਵਿੱਚ ਕੌਮਾਂਤਰੀ ਉਡਾਣਾਂ ਮੁੜ ਸ਼ੁਰੂ ਕੀਤੀਆਂ ਸਨ। ਉਸ ਵੇਲੇ ਤੋਂ ਲੈ ਕੇ ਅਕਤੂਬਰ ਤੱਕ ਵੀਜ਼ਾ ਲੈਣ ਵਾਲਿਆਂ ਦੀ ਗਿਣਤੀ 7 ਗੁਣਾ ਵੱਧ ਗਈ ਹੈ। ਦੱਸਣਾ ਬਣਦਾ ਹੈ ਕਿ BFS ਗਲੋਬਲ ਨੇ ਇਮੀਗ੍ਰੇਸ਼ਨ ਬਿਊਰੋ ਆਫ ਥਾਈਲੈਂਡ ਨਾਲ ਭਾਈਵਾਲੀ ਤਹਿਤ ਸਾਲ 2019 ਵਿੱਚ ਪਹੁੰਚਣ ਸਾਰ ਵੀਜ਼ਾ ਮਿਲਣ ਦੇ ਲਈ ਵੀਜ਼ਾ ਸੇਵਾ ਸ਼ੁਰੂ ਕੀਤੀ। BFS ਗਲੋਬਲ ਦੇ ਪਾਸਪੋਰਟ ਤੇ ਵੀਜ਼ਾ ਦੇ CEO ਨੋਇਲ ਸਵੈਨ ਨੇ ਦੱਸਿਆ ਕਿ ਵੀਜ਼ਾ ਦਰਖਾਸਤ ਦੀ ਗਿਣਤੀ ਵੱਧ ਗਈ ਹੈ ਤੇ ਇਸ ਸੇਵਾ ਦੀ ਵਰਤੋਂ ਕਰਨ ਵਾਲਿਆਂ ਦੀ ਥਾਈਲੈਂਡ 'ਚ ਦਾਖਲ ਹੋਣ ਲਈ ਉੱਥੋਂ ਦੇ ਮੁੱਖ ਹਵਾਈ ਅੱਡਿਆਂ ਤੇ ਖੱਜਲ ਖੁਆਰੀ ਬਚ ਜਾਂਦੀ ਹੈ। ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਰੈਜ਼ੀਡੈਂਟ 21 ਸ਼੍ਰੇਣੀ ਤਹਿਤ ਹੁਣ ਤੱਕ 1,06,085 ਅਰਜ਼ੀਆਂ ਪ੍ਰਾਪਤ ਕੀਤੀਆਂ ਸੀ ਤੇ ਇਹਨਾਂ ਵਿੱਚੋਂ 67,760 ਤੇ ਪੱਕੀਆਂ ਮੋਹਰਾਂ ਲਗਾ ਕੇ 1,23,000 ਤੋਂ ਵੱਧ ਪ੍ਰਵਾਸੀਆਂ ਨੂੰ ਪੱਕਾ ਕਰਕੇ ਕੀਵੀ ਬਣਾ ਦਿੱਤਾ ਗਿਆ ਹੈ। ਲਗਭਗ 64% ਅਰਜ਼ੀਆਂ ਦਾ ਨਿਬੇੜਾ ਕਰ ਦਿੱਤਾ ਗਿਆ। R21 ਤਹਿਤ ਅਰਜ਼ੀਆਂ 1 ਦਸੰਬਰ 2021 ਨੂੰ ਲੈਣੀਆਂ ਸ਼ੁਰੂ ਕੀਤੀਆਂ ਗਈਆਂ ਸੀ ਅਤੇ 1 ਸਾਲ ਹੋ ਗਿਆ ਅੱਜ। ਬਾਕੀ ਰਹਿੰਦੀਆਂ ਅਰਜ਼ੀਆਂ ਨੂੰ ਜੂਨ 2023 ਤੱਕ ਨਿਬੇੜਨ ਦਾ ਟੀਚਾ ਮਿੱਥਿਆ ਹੋਇਆ ਹੈ। ਸਰਕਾਰ ਨੇ ਸਮਾਂ ਸੀਮਾ 12 ਤੋਂ 18 ਮਹੀਨੇ ਕਰ ਦਿੱਤੀ ਸੀ, ਜਿਸ ਨੂੰ R21 ਤਹਿਤ ਇੰਟਰਮ ਵੀਜ਼ਾ ਦਿੱਤਾ ਗਿਆ ਸੀ। ਪਹਿਲਾਂ ਉਹਨਾਂ ਦੇ ਨਿਊਜ਼ੀਲੈਂਡ ਤੋਂ ਬਾਹਰ ਜਾਣ ਉੱਤੇ ਵੀਜ਼ਾ ਕੈਂਸਲ ਹੋ ਜਾਣ ਦੀ ਸ਼ਰਤ ਲਾਗੂ ਸੀ, ਪਰ ਹੁਣ ਇਹ ਸ਼ਰਤ ਚੁੱਕ ਦਿੱਤੀ ਗਈ ਹੈ। ਲਗਭਗ 3000 ਲੋਕ ਇਸ ਵੀਜ਼ੇ ਵਾਲੇ ਨੇ ਅਤੇ 300 ਲੋਕਾਂ ਨੇ ਬਾਹਰ ਜਾਣ ਦੀ ਅਰਜ਼ੀ ਵੀ ਪਾਈ ਹੈ। ਇਸ ਤੋਂ ਇਲਾਵਾ ਜਿਹੜੇ ਪਰਿਵਾਰ R21 ਦੀ ਅਰਜ਼ੀ ਦੇ ਵਿੱਚ ਸ਼ਾਮਲ ਨੇ ਅਤੇ ਵਿਛੜੇ ਬੈਠੇ ਨੇ ਜਾਂ ਬੱਚੇ ਵਿਛੜੇ ਬੈਠੇ ਨੇ,
ਉਹਨਾਂ ਨੂੰ ਪਹਿਲ ਦੇਣ ਦੇ ਲਈ ਈਮੇਲ ਰਾਹੀਂ ਅਰਜ਼ੀਆਂ ਮੰਗੀਆਂ ਗਈਆਂ ਸਨ। ਪਹਿਲੇ 10 ਦਿਨਾਂ ਦੇ ਵਿੱਚ 3000 ਅਰਜ਼ੀਆਂ ਇਮੀਗ੍ਰੇਸ਼ਨ ਕੋਲ ਪਹੁੰਚੀਆਂ। ਇਮੀਗ੍ਰੇਸ਼ਨ ਨੇ ਹੁਣ ਤੱਕ ਲਗਭਗ 200 ਅਰਜ਼ੀਆਂ ਕੈਂਸਲ ਵੀ ਕੀਤੀਆਂ ਨੇ। ਸਾਰੀਆਂ ਅਰਜ਼ੀਆਂ ਖਤਮ ਹੋਣ ਬਾਅਦ ਲਗਭਗ 2,14,000 ਤੋਂ ਵੱਧ ਲੋਕ ਇੱਥੇ ਪੱਕੇ ਹੋ ਕੇ ਕਿਵੀ ਬਣ ਜਾਣਗੇ। ਬੰਬਈ ਦੇ ਹਵਾਈ ਅੱਡੇ ਦੇ ਟਰਮੀਨਲ 2 ਦਾ ਸਿਸਟਮ ਠੱਪ ਹੋ ਗਿਆ ਸੀ, ਜਿਸ ਨਾਲ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ। ਇਹ ਜਾਣਕਾਰੀ ਮਿਲੀ ਹੈ ਕਿ ਸਿਸਟਮ ਠੱਪ ਹੋਣ ਕਾਰਨ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਯਾਤਰੀ ਚੈੱਕ ਇਨ ਕਰਨ ਦੇ ਲਈ ਇੰਤਜ਼ਾਰ ਕਰ ਰਹੇ। ਇੱਥੋਂ ਦਾ CITA ਸਿਸਟਮ ਡਾਊਨ ਹੋ ਗਿਆ ਸੀ ਤੇ ਸਰਵਰ ਆਦਿ ਤੋਂ ਇਲਾਵਾ ਹੋਰ ਕੰਮ CITA ਨਾਲ ਹੀ ਹੁੰਦੇ ਨੇ। ਬੰਬਈ ਹਵਾਈ ਅੱਡੇ ਦੇ ਟਰਮੀਨਲ ਦੇ 2 ਸਿਸਟਮ ਨੂੰ ਠੀਕ ਕਰ ਲਿਆ ਗਿਆ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਦੇ ਅਨੁਸਾਰ ਇਹ ਸੇਵਾ 40 ਮਿੰਟ ਠੱਪ ਰਹੀ। ਇਸ ਵੇਲੇ ਵੀ ਹਵਾਈ ਅੱਡੇ ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ। ਹਵਾਈ ਅੱਡਾ ਅਧਿਕਾਰੀਆਂ ਨੇ ਟਵੀਟ ਕਰਕੇ ਸੇਵਾਵਾਂ ਠੱਪ ਹੋਣ ਦੀ ਪੁਸ਼ਟੀ ਕੀਤੀ ਸੀ, ਪਰ ਨਾਲ ਹੀ ਕਿਹਾ ਕਿ ਹਵਾਈ ਅੱਡੇ ਦੇ ਸਟਾਫ ਨੇ ਕੰਪਿਊਟਰ ਦੀ ਥਾਂ ਹੱਥੀਂ ਕੰਮ ਕਰਕੇ ਯਾਤਰੀਆਂ ਨੂੰ ਅੱਗੇ ਭੇਜਿਆ, ਪਰ ਇਹ ਸੇਵਾ ਹੁਣ ਬਹਾਲ ਹੋ ਗਈ ਹੈ। ਸਿੰਗਾਪੁਰ 에ਅਰਲਾਈਨਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਸਦੀ ਭਾਈਵਾਲ 에ਅਰਲਾਈਨ ਕੰਪਨੀ ਵਿਸਤਾਰਾ ਟਾਟਾ ਗਰੁੱਪ ਦੀ 에ਅਰ ਇੰਡੀਆ ਗਰੁੱਪ 'ਚ ਰਲੇਵੇਂ ਕਰੇਗੀ। ਟਾਟਾ ਗਰੁੱਪ ਦੀ ਵਿਸਤਾਰ 'ਚ 51% ਦੀ ਹਿੱਸੇਦਾਰੀ ਹੈ, ਬਾਕੀ 49% ਦੀ ਹਿੱਸੇਦਾਰੀ ਸਿੰਗਾਪੁਰ 에ਅਰਲਾਈਨਜ਼ ਕੋਲ ਹੈ। ਇਸ ਰਲੇਵੇਂ ਦੇ ਸੌਦੇ ਦੇ ਤਹਿਤ SIA 에ਅਰ ਸਿੰਗਾਪੁਰ 에ਅਰਲਾਈਨਜ਼ ਨੇ ਇੱਕ ਰਿਲੀਜ਼ ਵਿੱਚ ਕਿਹਾ ਇਹ ਡੀਲ ਨਾਲ SIA ਦੀ ਸਾਰੇ ਪ੍ਰਮੁੱਖ ਬਾਜ਼ਾਰਾਂ ਵਿੱਚ ਚੰਗੀ ਮੌਜੂਦਗੀ ਰੱਖਣ ਵਾਲੇ 에ਅਰ ਇੰਡੀਆ ਵਿੱਚ ਹਿੱਸੇਦਾਰੀ 25.1% ਹੋ ਜਾਏਗੀ। SIA ਅਤੇ ਟਾਟਾ ਦਾ ਮਾਰਚ 2024 ਤੱਕ ਰਲੇਵੇਂ ਨੂੰ ਪੂਰਾ ਕਰਨ ਦਾ ਟੀਚਾ ਹੈ। ਬਾਕੀ ਇਹ ਰੈਗੂਲੇਟਰੀ ਪ੍ਰਵਾਨਗੀਆਂ ਤੇ ਵੀ ਨਿਰਭਰ ਕਰਦਾ ਹੈ। ਚੀਨ ਲਗਾਤਾਰ ਆਪਣੇ ਗੁਆਂਢੀ ਦੇਸ਼ਾਂ ਨਾਲ ਸਰਹੱਦੀ ਵਿਵਾਦਾਂ ਵਿੱਚ ਉਲਝਿਆ ਹੋਇਆ ਹੈ। ਭਾਰਤ ਨਾਲ ਲੰਬੇ ਸਮੇਂ ਤੋਂ ਸਰਹੱਦੀ ਵਿਵਾਦ ਚੱਲ ਰਿਹਾ। ਕਈ ਵਾਰ ਸਥਿਤੀ ਵਿਗੜ ਚੁੱਕੀ ਹੈ। ਚੀਨ LAC ਤੇ ਲਗਾਤਾਰ ਤਰ੍ਹਾਂ ਦੇ ਨਿਰਮਾਣ ਕਰ ਰਿਹਾ, ਜਿਸ ਦੀਆਂ ਖਬਰਾਂ ਤੇ ਤਸਵੀਰਾਂ ਹਰ ਰੋਜ਼ ਸਾਹਮਣੇ ਆਉਂਦੀਆਂ ਨੇ। ਇਸ ਦੌਰਾਨ ਹੁਣ ਇੱਕ ਅਮਰੀਕੀ ਸੰਸਦ ਮੈਂਬਰ ਨੇ ਇਸ ਸੰਬੰਧੀ ਵੱਡਾ ਬਿਆਨ ਦਿੱਤਾ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਚੀਨ ਨੇ ਭਾਰਤ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਦੇ ਨੇੜੇ ਚੌਂਕੀਆਂ ਬਣਾਈਆਂ ਨੇ, ਜੋ ਆਪਣੇ ਗੁਆਂਢੀਆਂ ਪ੍ਰਤੀ ਚੀਨੀ ਹਮਲੇ ਦਾ ਚਿੰਤਾਜਨਕ ਸੰਕੇਤ ਹੈ। ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾ ਮੂਰਤੀ ਨੇ ਉਸ ਖਬਰ ਤੇ ਆਪਣਾ ਬਿਆਨ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀਗਾ ਕਿ ਚੀਨ ਲਗਾਤਾਰ ਭਾਰਤ ਨਾਲ ਲੱਗਦੀ ਸਰਹੱਦ ਤੇ ਆਪਣੀਆਂ ਚੌਂਕੀਆਂ ਬਣਾ ਰਿਹਾ। ਅਖਬਾਰ ਪੋਲੀਟੀਕੋ ਨੇ ਦਾਅਵਾ ਕੀਤਾ ਕਿ ਚੀਨ ਨੇ ਭਾਰਤ ਨਾਲ ਲੱਗਦੀ ਆਪਣੀ ਵਿਵਾਦਤ ਸਰਹੱਦ ਹੈ ਜਿਹੜੀ ਉਸ ਦੇ ਨੇੜੇ ਇੱਕ ਫੌਜੀ ਚੌਂਕੀ ਬਣਾਈ ਹੈ, ਜਿਸ ਤੋਂ ਬਾਅਦ ਅਮਰੀਕੀ ਸੰਸਦ ਨੇ ਚੀਨ ਦੇ ਹਮਲੇ ਤੇ ਚਿੰਤਾ ਪ੍ਰਗਟਾਈ ਹੈ। ਕਾਂਗਰਸ ਮੈਂਬਰ ਕ੍ਰਿਸ਼ਨਾ ਮੂਰਤੀ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਦੇ ਨੇੜੇ ਪੀਪਲਜ਼ ਲਿਬਰੇਸ਼ਨ ਆਰਮੀ ਦੀ ਨਵੀਂ ਪੋਸਟ ਦੀ ਖਬਰ ਬੀਜਿੰਗ ਦੇ ਵੱਧ ਰਹੇ ਖੇਤਰੀ ਹਮਲੇ ਦਾ ਇੱਕ ਹੋਰ ਚਿੰਤਾਜਨਕ ਸੰਕੇਤ ਹੈ, ਜੋ ਅਮਰੀਕਾ ਦਾ ਭਾਰਤ ਅਤੇ ਹੋਰ ਸੁਰੱਖਿਆ ਭਾਈਵਾਲਾਂ ਨਾਲ ਸਾਂਝੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਨੂੰ ਦੁਹਰਾਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਅਤੇ ਉਸਦੀ ਫੌਜ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ ਕਿ ਚੀਨ ਸਰਹੱਦ ਤੇ ਲਗਾਤਾਰ ਨਿਰਮਾਣ ਕਰ ਰਿਹਾ। ਚੀਨ ਵਿੱਚ ਕਈ ਪਿੰਡਾਂ ਦੇ ਨਿਰਮਾਣ ਦਾ ਮਾਮਲਾ ਵੀ ਹਾਲ 'ਚ ਸਾਹਮਣੇ ਆਇਆ ਸੀ। ਕਿਹਾ ਜਾ ਰਿਹਾ ਕਿ ਭਾਰਤ ਨੂੰ ਚੁਣੌਤੀ ਦੇਣ ਦੇ ਲਈ ਚੀਨ ਲਗਾਤਾਰ ਆਪਣੀ ਰਣਨੀਤੀ ਬਣਾ ਰਿਹਾ ਹੈ ਅਤੇ ਸਰਹੱਦ ਤੇ ਆਪਣੀ ਫੌਜ ਨੂੰ ਮਜ਼ਬੂਤ ਕਰ ਰਿਹਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਦੇ ਹਲਕੇ ਲੱਛਣਾਂ ਦੇ ਨਾਲ ਉਹਨਾਂ ਦਾ ਟੈਸਟ ਪੋਜ਼ਿਟਿਵ ਆਇਆ। ਬੁੱਧਵਾਰ ਦੇਰ ਰਾਤ ਇੱਕ ਟਵੀਟ ਵਿੱਚ 76 ਸਾਲਾ ਕਲਿੰਟਨ ਨੇ ਕਿਹਾ, ਮੈਂ ਕੋਵਿਡ ਦੇ ਲਈ ਸਕਾਰਾਤਮਕ ਟੈਸਟ ਕੀਤਾ। ਮੇਰੇ ਵਿੱਚ ਹਲਕੇ ਲੱਛਣ ਨੇ, ਪਰ ਮੈਂ ਸਮੁੱਚੇ ਤੌਰ ਤੇ ਠੀਕ ਹਾਂ ਅਤੇ ਮੈਂ ਖੁਦ ਨੂੰ ਘਰ ਵਿੱਚ ਕੁਆਰੰਟਾਈਨ ਕੀਤਾ ਹੋਇਆ ਹੈ। ਮੈਂ ਸਾਰੇ ਨਿਯਮਾਂ ਦੀ ਪਾਲਣਾ ਕਰ ਰਿਹਾ। ਇਸ ਦੌਰਾਨ ਉਹਨਾਂ ਲੋਕਾਂ ਨੂੰ ਕੋਵਿਡ ਟੀਕਾਕਰਨ ਦੇ ਲਈ ਪ੍ਰੇਰਿਤ ਕੀਤਾ, ਖਾਸ ਕਰਕੇ ਜਦੋਂ ਸਰਦੀਆਂ ਦਾ ਮੌਸਮ ਸ਼ੁਰੂ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਟੀਕਾਕਰਨ ਕਰਵਾਉਣ ਅਤੇ ਕਰੋਨਾ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਦੇ ਲਈ ਸਾਰਿਆਂ ਦਾ ਧੰਨਵਾਦੀ ਹਾਂ, ਜਿਸ ਨੇ ਕਰੋਨਾ ਦੇ ਲੱਛਣਾਂ ਨੂੰ ਹਲਕੇ ਰੱਖਿਆ। 42ਵੇਂ ਅਮਰੀਕੀ ਰਾਸ਼ਟਰਪਤੀ ਵਾਇਰਸ ਦੇ ਲਈ ਸਕਾਰਾਤਮਕ ਟੈਸਟ ਕਰਨ ਵਾਲੇ ਪ੍ਰੈਜ਼ੀਡੈਂਟਸ ਕਲੱਬ ਦੇ ਨਵੀਨਤਮ ਨੇ। ਰਾਸ਼ਟਰਪਤੀ ਜੋ ਬਾਈਡਨ ਇਹਨਾਂ ਗਰਮੀਆਂ ਵਿੱਚ ਕੋਵਿਡ-19 ਨਾਲ ਸੰਕਰਮਿਤ ਹੋਏ ਸੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਕਤੂਬਰ 2020 ਵਿੱਚ ਪੋਜ਼ਿਟਿਵ ਪਾਏ ਗਏ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਹਲਕੇ ਕੇਸ ਦਾ ਅਨੁਭਵ ਹੋਇਆ। ਹਾਲ ਹੀ ਦੇ ਹਫ਼ਤਿਆਂ ਵਿੱਚ US ਵਿੱਚ ਕੋਵਿਡ-19 ਦੇ ਕੇਸ, ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਅਤੇ ਮੌਤਾਂ ਸਥਿਰ ਰਹੀਆਂ ਨੇ। ਹਾਲਾਂਕਿ ਵਾਇਰਸ ਦਾ ਪ੍ਰਭਾਵ ਖਤਮ ਨਹੀਂ ਹੋਇਆ। US ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਅੰਕੜਿਆਂ ਦੇ ਅਨੁਸਾਰ
ਔਸਤਨ 300 ਤੋਂ ਵੱਧ ਅਮਰੀਕੀ ਲੋਕਾਂ ਦੀ ਮੌਤ ਹੋ ਜਾਂਦੀ ਹੈ ਅਤੇ ਕੋਵਿਡ-19 ਨਾਲ ਹਰ ਰੋਜ਼ 3400 ਲੋਕ ਹਸਪਤਾਲ ਵਿੱਚ ਦਾਖਲ ਹੁੰਦੇ ਨੇ। CDC ਦੇ ਅਨੁਸਾਰ US ਵਿੱਚ ਕੇਵਲ 12% ਯੋਗ ਲੋਕਾਂ ਨੇ ਆਪਣਾ ਅਪਡੇਟ ਕੀਤਾ ਕੋਵਿਡ-19 ਬੂਸਟਰ ਟੀਕਾ ਲਗਵਾਇਆ। ਦੇਸ਼ ਭਰ ਵਿੱਚ ਲਗਭਗ 5 ਵਿੱਚੋਂ 1 ਵਿਅਕਤੀ ਪੂਰੀ ਤਰ੍ਹਾਂ ਟੀਕਾਕਰਨ ਤੋਂ ਰਹਿ ਗਿਆ। ਅਮਰੀਕਾ ਵਿੱਚ ਬਾਈਡਨ ਪ੍ਰਸ਼ਾਸਨ ਨੇ ਭਾਰਤੀ ਉਪ ਮਹਾਂਦੀਪ ਵਿੱਚ ਅਲ-ਕਾਇਦਾ ਦੇ 2 ਨੇਤਾਵਾਂ ਅਤੇ ਅਫਗਾਨਿਸਤਾਨ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਅੰਦੋਲਨ ਦੇ 2 ਨੇਤਾਵਾਂ ਨੂੰ ਗਲੋਬਲ ਅੱਤਵਾਦੀ ਐਲਾਨ ਕੀਤਾ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਲਿੰਕਨ ਨੇ ਵੀਰਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਕੱਲ੍ਹ ਵਿਦੇਸ਼ ਵਿਭਾਗ ਨੇ 2 AQIS ਅਤੇ 2 TTP ਨੇਤਾਵਾਂ ਨੂੰ ਉਹਨਾਂ ਦੇ ਸੰਬੰਧਿਤ ਸਮੂਹਾਂ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਲਈ ਗਲੋਬਲ ਅੱਤਵਾਦੀਆਂ ਦੇ ਤੌਰ ਤੇ ਐਲਾਨਿਆ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ 4 ਵਿਅਕਤੀ ਉਸਾਮਾ ਮਹਿਮੂਦ, ਆਤਿਫ ਜ਼ਾਹਿਆ ਗੌਰੀ, ਮੁਹੰਮਦ ਮਾਰੂਫ ਅਤੇ ਕਾਰੀ ਅਮਜ਼ਦ ਨੇ। ਉਹਨਾਂ ਨੇ ਕਿਹਾ ਕਿ ਅਮਰੀਕੀ ਸਰਕਾਰ ਅਫਗਾਨਿਸਤਾਨ ਵਿੱਚ ਸਰਗਰਮ ਅਲ-ਕਾਇਦਾ ਅਤੇ ਤਾਲਿਬਾਨ ਅੱਤਵਾਦੀ ਸਮੂਹਾਂ ਦਾ ਮੁਕਾਬਲਾ ਕਰਨ ਦੇ ਲਈ ਆਪਣੇ ਅੱਤਵਾਦ ਵਿਰੋਧੀ ਸਾਧਨਾਂ ਦੀ ਵਰਤੋਂ ਕਰਨ ਲਈ ਵਚਨਬੱਧ ਹੈ। ਅਮਰੀਕੀ ਸਰਕਾਰੀ ਪ੍ਰਸਾਰਣ ਸੇਵਾ ਵੌਇਸ ਆਫ ਅਮਰੀਕਾ ਨੇ ਬੁੱਧਵਾਰ ਨੂੰ ਕਿਹਾ ਕਿ ਤਾਲਿਬਾਨ ਅਧਿਕਾਰੀਆਂ ਨੇ ਵੀਰਵਾਰ ਤੋਂ ਅਫਗਾਨਿਸਤਾਨ ਵਿੱਚ ਇਸਦੇ FM ਰੇਡੀਓ ਅਤੇ ਰੇਡੀਓ ਫ੍ਰੀ ਯੂਰਪ, ਰੇਡੀਓ ਲਿਬਰਟੀ ਦੇ ਪ੍ਰਸਾਰਣ ਨੂੰ ਰੋਕ ਦਿੱਤਾ। VOA ਨੇ ਕਿਹਾ ਹੈ ਕਿ ਤਾਲਿਬਾਨ ਅਧਿਕਾਰੀਆਂ ਨੇ ਬਿਨਾਂ ਕੋਈ ਖਾਸ ਕਾਰਨ ਦੱਸੇ ਪ੍ਰੋਗਰਾਮ ਦੀ ਸਮੱਗਰੀ ਬਾਰੇ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਹਵਾਲਾ ਦਿੱਤਾ। VOA ਅਤੇ RFE ਨੂੰ ਅਮਰੀਕੀ ਸਰਕਾਰ ਦੁਆਰਾ ਫੰਡ ਦਿੱਤਾ ਜਾਂਦਾ ਹੈ, ਹਾਲਾਂਕਿ ਉਹ ਸੰਪਾਦਕੀ ਸੁਤੰਤਰਤਾ ਦਾ ਦਾਅਵਾ ਕਰਦੇ ਨੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅਗਸਤ 2021 ਨੂੰ ਤਾਲਿਬਾਨ ਨੇ ਅਫਗਾਨਿਸਤਾਨ ਦੀ ਸੱਤਾ ਤੇ ਕਬਜ਼ਾ ਕਰ ਲਿਆ ਸੀ। ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਬਦੁਲ ਕਹਿਰ ਬਲਖੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਪ੍ਰੈਸ ਕਾਨੂੰਨ ਹਨ ਅਤੇ ਜੋ ਵੀ ਨੈਟਵਰਕ ਇਹਨਾਂ ਕਾਨੂੰਨਾਂ ਦੀ ਬਾਰ-ਬਾਰ ਉਲੰਘਣਾ ਕਰਦਾ ਪਾਇਆ ਗਿਆ ਉਸ ਤੋਂ ਦੇਸ਼ ਵਿੱਚ ਕੰਮ ਕਰਨ ਦਾ ਵਿਸ਼ੇਸ਼ ਅਧਿਕਾਰ ਖੋਹ ਲਿਆ ਜਾਏਗਾ। ਉਸਨੇ ਕਿਹਾ VOA ਅਤੇ ਆਜ਼ਾਦੀ ਰੇਡੀਓ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ, ਬਾਰ-ਬਾਰ ਉਲੰਘਣਾ ਕਰਦੇ ਪਾਏ ਗਏ, ਪੇਸ਼ੇਵਰ ਤੌਰ ਤੇ ਕੰਮ ਕਰਨ ਵਿੱਚ ਅਸਫਲ ਰਹੇ ਅਤੇ ਇਸ ਲਈ ਬੰਦ ਕਰ ਦਿੱਤੇ ਗਏ। ਵਿਦਆਊਟ ਬਾਰਡਰਸ ਨੇ ਹਾਲ ਹੀ ਵਿੱਚ ਕਿਹਾ ਕਿ ਅਫਗਾਨਿਸਤਾਨ ਨੇ 40% ਮੀਡੀਆ ਸੰਸਥਾਵਾਂ ਅਤੇ 60% ਪੱਤਰਕਾਰਾਂ ਨੂੰ ਗੁਆ ਦਿੱਤਾ। ਭਾਰਤੀ ਅਮਰੀਕੀ ਮਾਡਲ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਜਿਸ ਦਾ ਪਰਿਵਾਰ ਲਖਨਊ ਨਾਲ ਤਾਲੁਕ ਰੱਖਦਾ ਹੈ ਨੇ ਆਪਣੀ ਇੱਕ ਟਿਕਟੌਕ ਵੀਡੀਓ ਵਿੱਚ ਵਾਰਾਣਸੀ ਨੂੰ ਸਭ ਤੋਂ ਡਰਾਉਣਾ ਸ਼ਹਿਰ ਕਹਿਣ ਦੇ ਲਈ ਨਿੰਦਾ ਕੀਤੇ ਜਾਣ ਤੋਂ ਬਾਅਦ ਮਾਫੀ ਮੰਗ ਲਈ ਹੈ ਅਤੇ ਕਿਹਾ ਕਿ ਉਸ ਦਾ ਇਰਾਦਾ ਵਾਰਾਣਸੀ ਦਾ ਅਪਮਾਨ ਕਰਨ ਦਾ ਨਹੀਂ ਸੀ। ਅਪਰਨਾ ਸਿੰਘ ਹਾਲ ਹੀ ਵਿੱਚ ਬਿਜ਼ਨਸ ਟੂਰ ਦੇ ਲਈ ਵਾਰਾਣਸੀ ਗਈ। ਵਾਰਾਣਸੀ ਵਿੱਚ ਉਸਨੇ ਆਪਣੇ ਗਹਿਣਿਆਂ ਦੇ ਬ੍ਰਾਂਡ ਇੰਡੀਅਨ ਗੌਡਸ ਬੁਟੀਕ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਔਰ ਇਸ ਤੋਂ ਬਾਅਦ ਉਸਨੇ ਇੱਕ ਵੀਡੀਓ ਟਿਕਟੌਕ ਤੇ ਗੰਗਾ ਨਦੀ ਦੀ ਫੁਟੇਜ ਸਾਂਝੀ ਕੀਤੀ ਅਤੇ ਲਿਖਿਆ ਗੰਗਾ ਨਦੀ ਅਸਲ ਵਿੱਚ ਬਹੁਤ ਪ੍ਰਦੂਸ਼ਿਤ ਹੈ ਅਤੇ ਸੀਵਰੇਜ ਨਾਲ ਭਰੀ ਹੈ। ਤੁਸੀਂ ਦੇਖ ਸਕਦੇ ਹੋ ਕਿ ਲੋਕ ਨਹਾ ਰਹੇ ਨੇ। ਹੋਟਲ ਦੇ ਰਸਤੇ ਵਿੱਚ ਤੁਸੀਂ ਲਾਸ਼ਾਂ ਸੜਦੇ ਹੋਏ ਦੇਖ ਸਕਦੇ ਹੋ। ਹੋਟਲ ਨੂੰ ਦੇਖੋ ਇਹ ਕਿੰਨਾ ਖਰਾਬ ਹੈ। ਤੁਸੀਂ ਸੜਕ ਵਿਚਾਲੇ ਲੋਕਾਂ ਅਤੇ ਕੁੱਤਿਆਂ ਨੂੰ ਸੌਂਦੇ ਹੋਏ ਦੇਖ ਸਕਦੇ ਹੋ। ਇਹ ਜਗ੍ਹਾ ਅਸਲ ਵਿੱਚ ਬਹੁਤ ਖਰਾਬ ਹੈ। ਕਾਸ਼ੀ ਦੀ ਆਲੋਚਨਾ ਕਰਨ ਦੇ ਲਈ 10,000 ਤੋਂ ਵੱਧ ਲੋਕਾਂ ਨੇ ਅਪਰਨਾ ਸਿੰਘ ਦੀ ਪੋਸਟ ਨੂੰ ਨਿਸ਼ਾਨਾ ਬਣਾਇਆ। ਸੋਸ਼ਲ ਮੀਡੀਆ ਯੂਜ਼ਰਸ ਨੇ ਲਿਖਿਆ ਕਿ ਅੱਗੇ ਵਧਣ ਤੋਂ ਪਹਿਲਾਂ ਰਿਸਰਚ ਕਰੋ ਅਤੇ ਬਿਨਾਂ ਕਿਸੇ ਫੈਸਲੇ ਦੇ ਨਵੇਂ ਅਨੁਭਵ ਦੇ ਲਈ ਤਿਆਰ ਰਹੋ। ਇਸ ਦੇ ਨਾਲ ਹੀ ਕੁਝ ਹੋਰ ਉਪਭੋਗਤਾਵਾਂ ਨੇ ਲਿਖਿਆ ਕਿ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਹੀ ਕਾਸ਼ੀ ਨੂੰ ਸਭ ਤੋਂ ਚਮਤਕਾਰੀ ਸਥਾਨ ਬਣਾਉਂਦੀ ਹੈ। ਅਸੀਂ ਸਾਰਿਆਂ ਨੂੰ ਉੱਥੇ ਜਾਣ ਦੇ ਲਈ ਕਹਾਂਗੇ। ਯੂਜ਼ਰਸ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਅਪਰਨਾ ਸਿੰਘ ਨੇ ਆਪਣੀ ਵੀਡੀਓ ਤੇ ਕਮੈਂਟ ਦੇ ਲਈ ਮਾਫੀ ਮੰਗੀ ਹੈ। ਉਸਨੇ ਕਿਹਾ ਕਿ ਮੈਂ ਮਾਫੀ ਮੰਗਣਾ ਚਾਹੁੰਦੀ ਹਾਂ। ਮੈਂ ਅਪਮਾਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ। ਮੈਂ ਕੇਵਲ ਆਪਣਾ ਅਨੁਭਵ ਦੱਸ ਰਹੀ ਸੀ। ਭਾਰਤ ਇੱਕ ਸੁੰਦਰ ਦੇਸ਼ ਹੈ ਪਰ ਇਹ ਖਾਸ ਜਗ੍ਹਾ ਮੇਰੀ ਕਿਸਮ ਦੀ ਨਹੀਂ ਸੀ। ਸਿੰਗਾਪੁਰ ਅਤੇ ਨਿਊਯਾਰਕ ਸਾਂਝੇ ਤੌਰ ਤੇ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਮੰਨੇ ਜਾਂਦੇ ਨੇ। ਲੰਡਨ ਦੀ ਇਕਨੋਮਿਸਟ ਇੰਟੈਲੀਜੈਂਸ ਯੂਨਿਟ ਦੇ ਵਰਲਡ ਵਾਈਡ ਕਾਸਟ ਆਫ ਲਿਵਿੰਗ ਸਰਵੇ ਮੁਤਾਬਕ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰ ਸਾਂਝੇ ਤੌਰ ਤੇ ਨਿਊਯਾਰਕ ਅਤੇ ਸਿੰਗਾਪੁਰ ਨੇ। ਇਹ ਪਹਿਲੀ ਵਾਰ ਹੈ ਜਦੋਂ ਨਿਊਯਾਰਕ ਰੈਂਕਿੰਗ ਵਿੱਚ ਟੌਪ ਤੇ ਆਇਆ। ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰਾਂ 'ਚ ਰਹਿਣ ਦੀ ਐਵਰੇਜ ਲਾਗਤ ਇਸ ਸਾਲ 8.1% ਵਧੀ ਹੈ। 3 ਭਾਰਤੀ ਸ਼ਹਿਰਾਂ ਦੇ ਨਾਂ ਵੀ ਸੂਚੀ ਵਿੱਚ ਨੇ। ਭਾਰਤ ਦਾ ਕੋਈ ਵੀ ਸ਼ਹਿਰ ਟੌਪ 100 ਵਿੱਚ ਸ਼ਾਮਲ ਨਹੀਂ ਹੈ। ਦੁਨੀਆ ਦੇ 10 ਸਭ ਤੋਂ ਮਹਿੰਗੇ ਸ਼ਹਿਰਾਂ ਦੀ ਸੂਚੀ 'ਚ 3 ਅਮਰੀਕੀ ਸ਼ਹਿਰ ਨਿਊਯਾਰਕ, ਲਾਸ ਏਂਜਲਸ ਅਤੇ ਸਾਨ ਫਰਾਂਸਿਸਕੋ ਸ਼ਾਮਲ ਨੇ। ਇਹ ਪਹਿਲੀ ਵਾਰ ਹੈ ਜਦੋਂ ਨਿਊਯਾਰਕ ਨੂੰ ਟੌਪ ਦਾ ਸਥਾਨ ਮਿਲਿਆ। ਸਰਵੇਖਣ ਵਿੱਚ ਸ਼ਾਮਲ ਸਾਰੇ 22 ਅਮਰੀਕੀ ਸ਼ਹਿਰਾਂ ਨੇ ਕੀਮਤਾਂ 'ਚ ਵਾਧੇ ਅਤੇ ਡਾਲਰ ਦੀ ਮਜ਼ਬੂਤੀ ਦੇ ਵਿਚਕਾਰ ਵੀ ਰੈਂਕਿੰਗ 'ਚ ਵਾਧਾ ਕੀਤਾ ਹੈ। ਹਾਲੀਵੁੱਡ ਰੈਪਰ ਕਾਨਿਆ ਵੈਸਟ ਅਤੇ ਰਿਐਲਿਟੀ TV ਸਟਾਰ ਕਿਮ ਕਾਰਦਰਸ਼ੀਅਨ ਵਿਚਕਾਰ ਤਲਾਕ ਦਾ ਸਮਝੌਤਾ ਪੂਰਾ ਹੋ ਗਿਆ।
ਸਮਝੌਤੇ ਦੇ ਹਿੱਸੇ ਵਜੋਂ ਖਾਨਿਆ ਵੈਸਟ ਕਿਮ ਕਾਰਦਰਸ਼ੀਅਨ ਨੂੰ ਬੱਚੇ ਦੇ ਖਰਚਿਆਂ ਦੇ ਲਈ 1 ਕਰੋੜ 62 ਲੱਖ ਰੁਪਏ ਪ੍ਰਤੀ ਮਹੀਨਾ ਅਦਾ ਕਰਨਗੇ। ਅਦਾਲਤ ਦੇ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਸਾਬਕਾ ਜੋੜੇ ਨੂੰ ਉਹਨਾਂ ਦੇ 4 ਬੱਚਿਆਂ ਦੀ ਸਾਂਝੀ ਕਸਟਡੀ ਮਿਲੇਗੀ। ਆਪਣੇ 4 ਬੱਚਿਆਂ ਦੇ ਰਹਿਣ ਸਹਿਣ ਦੇ ਖਰਚੇ ਤੋਂ ਇਲਾਵਾ ਕਾਨਿਆ ਉਹਨਾਂ ਦੀ ਪੜ੍ਹਾਈ ਦੇ ਖਰਚੇ ਦੇ 50% ਦੀ ਜ਼ਿੰਮੇਵਾਰੀ ਚੁੱਕੇਗਾ। ਦੋਵਾਂ ਦੇ ਬੱਚਿਆਂ ਦੀ ਉਮਰ 3 ਤੋਂ 9 ਸਾਲ ਦੇ ਵਿਚਕਾਰ ਹੈ। ਹੁਣ ਜੇਕਰ ਕਦੇ ਵੀ ਦੋਵਾਂ ਵਿਚਕਾਰ 4 ਬੱਚਿਆਂ 'ਚੋਂ ਕਿਸੇ ਇੱਕ ਨੂੰ ਲੈ ਕੇ ਕੋਈ ਝਗੜਾ ਹੁੰਦਾ ਹੈ ਤਾਂ ਉਹਨਾਂ ਨੂੰ ਸਮਝੌਤੇ ਅਨੁਸਾਰ ਸਾਲਸੀ 'ਚ ਹਾਜ਼ਰ ਹੋਣਾ ਪਏਗਾ। ਹਾਲਾਂਕਿ ਜੇਕਰ ਉਹਨਾਂ 'ਚੋਂ ਇੱਕ ਹਿੱਸਾ ਲੈਣ ਵਿੱਚ ਸਫਲ ਰਹਿੰਦਾ ਹੈ ਤਾਂ ਦੂਜੀ ਧਿਰ ਫੈਸਲਾ ਲੈਣ ਵਾਲੀ ਬਣ ਜਾਂਦੀ ਹੈ। ਜਿੱਥੋਂ ਤੱਕ ਜਾਇਦਾਦ ਦਾ ਸਵਾਲ ਹੈ, ਇਸ ਦੀ ਵੰਡ ਕਾਨਿਆ ਅਤੇ ਕਿਮ ਦੇ ਵਿਆਹ ਤੋਂ ਪਹਿਲਾਂ ਦੇ ਸਮਝੌਤੇ ਦੇ ਅਨੁਸਾਰ ਹੈ। ਕਿਮ ਕਾਰਦਰਸ਼ੀਅਨ ਅਤੇ ਕਾਨਿਆ ਵੈਸਟ ਨੇ 2 ਸਾਲ ਡੇਟ ਕਰਨ ਤੋਂ ਬਾਅਦ ਸਾਲ 2014 'ਚ ਇੱਕ ਦੂਸਰੇ ਨਾਲ ਧੂਮਧਾਮ ਨਾਲ ਵਿਆਹ ਕਰਵਾਇਆ ਸੀ। ਇਸ ਦੇ ਨਾਲ ਹੀ ਵਿਆਹ ਦੇ 7 ਸਾਲ ਬਾਅਦ 2021 'ਚ ਕਿਮ ਨੇ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ। ਦੱਸ ਦੇਈਏ ਕਿ ਪਿਛਲੇ ਮਹੀਨੇ ਅਕਤੂਬਰ 'ਚ ਕਾਨਿਆ ਵੈਸਟ ਨੇ ਕਿਮ ਕਾਰਦਰਸ਼ੀਅਨ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਸੀ ਜਿਸ ਦੀ ਕਾਫੀ ਚਰਚਾ ਹੋਈ ਸੀ। ਦਰਅਸਲ ਕਾਨਿਆ ਵੈਸਟ ਨੇ ਪੀਅਰਸਨ ਮੋਰਗਨ ਨਾਲ ਇੰਟਰਵਿਊ ਦੌਰਾਨ ਕਿਹਾ, ਮੈਂ ਉਸ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਪਿਆਰ ਕਰਾਂਗਾ, ਮੈਂ ਹਰ ਔਖੇ ਸਮੇਂ 'ਚ ਉਹਨਾਂ ਦੀ ਰੱਖਿਆ ਕਰਾਂਗਾ। ਇਸ ਤਰ੍ਹਾਂ ਕਾਨੇ ਦੇ ਬੋਲਾਂ ਤੋਂ ਪਤਾ ਲੱਗਦਾ ਹੈ ਕਿ ਉਸਦੇ ਦਿਲ ਵਿੱਚ ਕਿਮ ਲਈ ਹਮੇਸ਼ਾ ਪਿਆਰ ਰਹੇਗਾ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਹਾਲ ਹੀ ਵਿੱਚ ਇੱਕ ਅਧਿਐਨ ਰਿਪੋਰਟ ਜਾਰੀ ਕੀਤੀ ਹੈ ਜੋ ਕਾਫੀ ਡਰਾਉਣੀ ਹੈ। ਇਸ ਰਿਪੋਰਟ ਨੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ ਇਸ ਅਧਿਐਨ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2050 ਤੱਕ ਸਮੁੰਦਰੀ ਪੱਧਰ ਦੇ ਵਧਣ ਨਾਲ ਅਮਰੀਕਾ ਦੇ ਜ਼ਿਆਦਾਤਰ ਤੱਟਵਰਤੀ ਖੇਤਰ ਡੁੱਬ ਜਾਣਗੇ। ਰਿਪੋਰਟ ਵਿੱਚ ਉਹਨਾਂ ਤੱਟਾਂ ਦੇ ਨਾਮ ਵੀ ਵਿਸਥਾਰ 'ਚ ਦੱਸੇ ਗਏ ਨੇ ਜੋ ਡੁੱਬ ਸਕਦੇ ਨੇ। ਰਿਪੋਰਟ ਦੇ ਮੁਤਾਬਕ 3 ਦਹਾਕਿਆਂ ਦੇ ਸੈਟੇਲਾਈਟ ਡਾਟਾ ਦੇ ਵਿਸ਼ਲੇਸ਼ਣ ਤੋਂ ਬਾਅਦ ਨਾਸਾ ਨੇ ਦੱਸਿਆ ਕਿ ਅਮਰੀਕਾ ਦਾ ਤੱਟ 1 ਫੁੱਟ ਤੱਕ ਡੁੱਬ ਜਾਏਗਾ। ਸਭ ਤੋਂ ਵੱਧ ਅਸਰ ਖਾੜੀ ਤੱਟ ਅਤੇ ਦੱਖਣ ਪੂਰਬੀ ਤੱਟ ਤੇ ਪਏਗਾ। ਇਸ ਮੁਤਾਬਕ ਨਿਊਯਾਰਕ, ਸਾਨ ਫਰਾਂਸਿਸਕੋ, ਲਾਸ ਏਂਜਲਸ ਅਤੇ ਵਰਜੀਨੀਆ ਵਰਗੇ ਕਈ ਤੱਟਵਰਤੀ ਰਾਜ ਡੁੱਬ ਜਾਣਗੇ। ਨਾਸਾ ਦੀ ਚੇਤਾਵਨੀ ਨਾਲ ਸਿਰਫ ਤੱਟਵਰਤੀ ਇਲਾਕਿਆਂ ਦੇ ਡੁੱਬਣ ਨੂੰ ਲੈ ਕੇ ਹੈ, ਸਗੋਂ ਕਿਹਾ ਗਿਆ ਹੈ ਕਿ ਤੂਫਾਨ ਕਾਰਨ ਸਭ ਤੋਂ ਵੱਡੀ ਸਮੱਸਿਆ ਸਮੁੰਦਰੀ ਹੜ੍ਹ ਦੀ ਹੋਏਗੀ। ਕਮਿਊਨੀਕੇਸ਼ਨ ਅਰਥ ਐਂਡ ਇਨਵਾਇਰਨਮੈਂਟ ਜਰਨਲ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਰਿਪੋਰਟ ਵਿੱਚ ਕਈ ਵਿਗਿਆਨਕ ਏਜੰਸੀਆਂ ਦੀਆਂ ਖੋਜ ਰਿਪੋਰਟਾਂ ਦੀ ਵੀ ਸਮੀਖਿਆ ਕੀਤੀ ਗਈ ਹੈ। ਇਨ੍ਹਾਂ ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਅਗਲੇ 30 ਸਾਲਾਂ 'ਚ ਅਮਰੀਕਾ ਦੇ ਸਮੁੰਦਰੀ ਕੰਢਿਆਂ ਤੇ ਕੇਵਲ ਪਾਣੀ ਹੀ ਹੋਏਗਾ। ਰਿਪੋਰਟ ਵਿੱਚ ਕਿਹਾ ਗਿਆ ਕਿ ਅਮਰੀਕਾ ਦੇ ਪੂਰਬੀ ਤੱਟ ਤੇ ਸਮੁੰਦਰ ਦਾ ਪੱਧਰ 10 ਤੋਂ 14 ਇੰਚ ਤੱਕ ਵੱਧ ਜਾਏਗਾ। ਖਾੜੀ ਤੱਟ ਤੇ ਪਾਣੀ ਦਾ ਪੱਧਰ 14 ਤੋਂ 18 ਇੰਚ ਅਤੇ ਪੱਛਮੀ ਤੱਟ ਤੇ 4 ਤੋਂ 8 ਇੰਚ ਵੱਧ ਜਾਏਗਾ। ਮਿਸ਼ੀਗਨ ਯੂਨੀਵਰਸਿਟੀ ਦੇ ਜਲਵਾਯੂ ਵਿਗਿਆਨੀ ਜੋਨਾਥਨ ਓਪੋਵੇਕ ਇਸ ਰਿਪੋਰਟ ਤੇ ਕਹਿੰਦੇ ਨੇ ਕਿ ਨਾਸਾ ਨੇ ਆਪਣੇ ਸੈਟੇਲਾਈਟ ਅਲਟੀਮੀਟਰ ਨਾਲ ਸਮੁੰਦਰ ਦੀ ਸਤਹ ਨੂੰ ਮਾਪਿਆ। ਉਸ ਤੋਂ ਬਾਅਦ ਇਸ ਨੂੰ NOAA ਦੇ ਟਾਈਡ ਗੇਜ ਰਿਕਾਰਡ ਨਾਲ ਮਿਲ ਕੇ ਇਹ ਰਿਪੋਰਟ ਦਿੱਤੀ ਗਈ ਹੈ। ਆਮ ਤੌਰ ਤੇ ਅਜਿਹੇ ਦ੍ਰਿਸ਼ ਘੱਟ ਹੀ ਦੇਖਣ ਨੂੰ ਮਿਲਦੇ ਨੇ ਜਦੋਂ ਕਿਸੇ ਦੇਸ਼ ਵਿੱਚ ਆਪਣੀ ਟੀਮ ਦੀ ਹਾਰ ਤੋਂ ਬਾਅਦ ਜਸ਼ਨ ਮਨਾਇਆ ਜਾਂਦਾ ਹੈ, ਪਰ ਈਰਾਨ ਵਿੱਚ ਅਜਿਹਾ ਹੀ ਹੋਇਆ। ਮੰਗਲਵਾਰ ਨੂੰ ਅਮਰੀਕਾ ਖਿਲਾਫ ਮਿਲੀ ਹਾਰ ਤੋਂ ਬਾਅਦ ਲੋਕ ਸੜਕਾਂ ਤੇ ਉਤਰ ਆਏ ਅਤੇ ਆਪਣੇ ਦੇਸ਼ ਦੀ ਹਾਰ ਦਾ ਜਸ਼ਨ ਮਨਾਉਣ ਲੱਗੇ। ਦਾਅਵਾ ਕੀਤਾ ਜਾ ਰਿਹਾ ਕਿ ਇਸ ਦੌਰਾਨ ਇੱਥੇ ਫੌਜ ਨੇ ਇੱਕ ਬੰਦੇ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਦੱਸਦੇ ਕਿ ਕ੍ਰਿਸਚੀਅਨ ਪੁਲਿਸ ਨੇ 38ਵੇਂ ਮਿੰਟ ਵਿੱਚ ਕੀਤੇ ਗਏ ਗੋਲ ਦੀ ਮਦਦ ਨਾਲ ਅਮਰੀਕਾ ਨੇ ਈਰਾਨ ਤੇ 1-0 ਦੀ ਜਿੱਤ ਨਾਲ ਫੀਫਾ ਵਰਲਡ ਕੱਪ ਦੇ ਨੌਕਆਊਟ ਰਾਊਂਡ ਵਿੱਚ ਐਂਟਰੀ ਕਰ ਲਈ, ਜਦਕਿ ਈਰਾਨ ਬਾਹਰ ਹੋ ਗਿਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਰਾਤ ਵਰਲਡ ਕੱਪ ਤੋਂ ਈਰਾਨ ਦੇ ਬਾਹਰ ਹੋਣ ਤੋਂ ਬਾਅਦ ਜਨਤਕ ਤੌਰ ਤੇ ਜਸ਼ਨ ਮਨਾਇਆ। ਵਰਕਰਾਂ ਨੇ ਦੱਸਿਆ ਕਿ ਪੂਰਬੀ ਈਰਾਨ ਦੇ ਬੰਦਰ ਅੰਜਲੀ ਵਿੱਚ ਸਰਕਾਰੀ ਬਲਾਂ ਨੇ ਕਾਰ ਦਾ ਹਾਰਨ ਵਜਾਉਣ ਤੋਂ ਬਾਅਦ 27 ਸਾਲਾ ਮਹਿਰਾਨ ਸਮਕ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਰਿਪੋਰਟ ਦੇ ਮੁਤਾਬਕ ਉਹ ਆਪਣੀ ਮੰਗੇਤਰ ਨਾਲ ਕਾਰ 'ਚ ਬੈਠਾ ਸੀ। ਉਸ ਵੇਲੇ ਈਰਾਨ ਦੇ ਸੁਰੱਖਿਆ ਬਲਾਂ ਦੇ ਇੱਕ ਮੈਂਬਰ ਨੇ ਉਸਦੇ ਸਿਰ 'ਚ ਗੋਲੀ ਮਾਰੀ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸਦੀ ਮੌਤ ਹੋ ਗਈ। ਕਈ ਈਰਾਨੀਆਂ ਨੇ ਕਤਰ ਵਰਲਡ ਕੱਪ ਵਿੱਚ ਆਪਣੀ ਟੀਮ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇਸ਼ ਦੇ ਜ਼ਲਮਾਨਾ ਸ਼ਾਸਨ ਦੇ ਪ੍ਰਤੀਕ ਵਜੋਂ ਵੇਖਿਆ ਜਾ ਰਿਹਾ ਔਰ ਸੋਸ਼ਲ ਮੀਡੀਆ ਤੇ ਇਸ ਦੇ ਜਸ਼ਨ ਦੇ ਕਈ ਵੀਡੀਓ ਵਾਇਰਲ ਹੋ ਰਹੇ ਨੇ। ਵੈਨਕੂਵਰ 'ਚ ਹੋਈ ਭਾਰੀ ਬਰਫ਼ਬਾਰੀ ਕਾਰਨ ਜਿੱਥੇ ਲੋਕਾਂ ਦੇ ਜਨਜੀਵਨ ਤੇ ਭਾਰੀ ਅਸਰ ਪਿਆ, ਉੱਥੇ ਕਈ ਥਾਵਾਂ ਤੇ ਆਪਸੀ ਵਾਹਨ ਟਕਰਾਉਣ ਨਾਲ ਮਾਲੀ ਨੁਕਸਾਨ ਵੀ ਹੋਇਆ। ਬਰਫ਼ਬਾਰੀ ਕਾਰਨ ਤਾਇਵਾਨ ਦੀ ਰਾਜਧਾਨੀ ਤੈਪੇਈ ਤੋਂ ਆਇਆ ਇਵਾ ਏਅਰਲਾਈਨਸ ਦਾ ਬੋਇੰਗ 777 ਹਵਾਈ ਜਹਾਜ਼ ਵੈਨਕੂਵਰ ਦੇ ਹਵਾਈ ਅੱਡੇ ਤੇ ਰਨਵੇ ਤੇ ਉਤਰਨ ਦੀ ਬਜਾਏ ਘਾਹ ਤੇ ਉਤਰਨਾ ਪਿਆ। ਜੀ ਹਾਂ, ਪਾਇਲਟ ਦੀ ਸੂਝ ਕਾਰਨ ਕੋਈ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਯਾਤਰੀਆਂ ਨੂੰ ਬੱਸਾਂ ਰਾਹੀਂ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ।
ਰਨਵੇ ਕੁਝ ਸਮੇਂ ਲਈ ਬੰਦ ਕਰਨਾ ਪਿਆ। ਖਰਾਬ ਮੌਸਮ ਕਾਰਨ ਰਾਸ਼ਟਰੀ ਤੇ ਅੰਤਰਰਾਸ਼ਟਰੀ 65 ਉਡਾਣਾਂ ਰੱਦ ਕਰਨੀਆਂ ਪਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ। ਬਹੁਤ ਸਾਰੇ ਸਕੂਲ ਤੇ ਕਾਲਜ ਵੀ ਬੰਦ ਰਹੇ। ਇਸ ਦੌਰਾਨ ਨਿਊ ਵੈਸਟਮਿਨਿਸਟਰ ਤੇ ਵੈਨਕੂਵਰ ਨੂੰ ਜੋੜਦੇ ਕੁਇਨਜ਼ਬਰੋ ਪੁਲ ਤੇ ਬਹੁਤ ਸਾਰੇ ਵਾਹਨ ਫਸ ਗਏ ਤੇ ਕਈਆਂ ਨੇ ਆਪਣੀ ਵਾਹਨ ਉੱਥੇ ਹੀ ਛੱਡ ਕੇ ਨੇੜੇ ਸਥਿਤ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼ਰਨ ਲਈ, ਜਿੱਥੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਦੇ ਵਾਸਤੇ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਕੈਨੇਡਾ 'ਚ ਟਰੱਕ ਵਿੱਚੋਂ ਹਥਿਆਰ ਬਰਾਮਦ ਹੋਣ ਮਗਰੋਂ ਡੈਲਟਾ ਪੁਲਿਸ ਨੇ ਸਰੀ ਦੇ ਬਲਜੀਤ ਸਿੰਘ ਨਿੱਜਰ ਤੇ ਦੋਸ਼ ਆਇਦ ਕਰ ਦਿੱਤੇ ਨੇ। ਡੈਲਟ ਪੁਲਿਸ ਨੇ ਨਾਕੇ ਦੌਰਾਨ ਟਰੱਕ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 2 ਗਨ ਬਰਾਮਦ ਹੋਈਆਂ ਸਨ। ਇਸ ਮਗਰੋਂ ਨਿੱਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਤੇ ਦੋਸ਼ ਉਸ ਤੇ ਆਇਦ ਕਰ ਦਿੱਤੇ ਗਏ ਨੇ। ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ 27 ਪੁਲਿਸ ਮਹਿਕਮਿਆਂ ਨੇ ਸਾਂਝੇ ਆਪਰੇਸ਼ਨ ਪ੍ਰੋਜੈਕਟ ਮੈਵਰਿਕ ਤਹਿਤ ਕਾਰਵਾਈ ਕਰਦਿਆਂ ਬੱਚਿਆਂ ਨੂੰ ਵਰਗਲਾਉਣ ਵਾਲੇ 107 ਲੋਕਾਂ ਵਿਰੁੱਧ ਦੋਸ਼ ਆਇਦ ਕਰ ਦਿੱਤੇ ਨੇ। 255 ਇਨਵੈਸਟੀਗੇਸ਼ਨਸ ਅਤੇ 168 ਸਰਚ ਵਾਰੰਟ ਮੁਕੰਮਲ ਕਰਦੇ ਹੋਏ ਪੁਲਿਸ ਦੀਆਂ ਟੀਮਾਂ ਨੇ ਵੀ ਗ੍ਰਿਫਤਾਰੀਆਂ ਦੇ ਨਾਲ ਹੀ 1032 ਜੰਤਰ ਵੀ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਹਿਰਾਸਤ ਵਿੱਚ ਲਏ ਗਏ 107 ਲੋਕਾਂ ਵਿਰੁੱਧ ਪੁਲਿਸ ਨੇ 428 ਦੋਸ਼ ਆਇਦ ਕੀਤੇ ਨੇ। ਦੰਦਾਂ ਦੇ ਸਸਤੇ ਇਲਾਜ ਲਈ ਕੈਨੇਡਾ ਵਾਸੀ ਅੱਜ ਤੋਂ ਅਰਜ਼ੀਆਂ ਦਾਖਲ ਕਰ ਸਕਦੇ ਨੇ ਅਤੇ 12 ਦਸੰਬਰ ਤੋਂ ਘੱਟ ਆਮਦਨ ਵਾਲੇ ਕਿਰਾਏਦਾਰ ਇੱਕਮੁਸ਼ਤ ਆਰਥਿਕ ਸਹਾਇਤਾ ਵਾਸਤੇ ਬਿਨੇ ਕਰ ਸਕਣਗੇ। ਕੈਨੇਡਾ ਰੈਵਨਿਊ ਏਜੰਸੀ ਨੇ ਬੁੱਧਵਾਰ ਨੂੰ ਦੱਸਿਆ ਹੈ ਕਿ ਯੋਗ ਬਿਨੇਕਾਰ ਕੇਵਲ ਕੁਝ ਮਿੰਟਾਂ ਵਿੱਚ ਦੰਦਾਂ ਦੇ ਸਸਤੇ ਇਲਾਜ ਵਾਲੀ ਅਰਜ਼ੀ ਮੁਕੰਮਲ ਕਰ ਸਕਦੇ ਨੇ। ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਰਹਿਣ ਵਾਲਾ ਪੰਜਾਬੀ ਭਾਈਚਾਰਾ, ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਕੂਲ ਤੇ ਕਾਲਜਾਂ ਵਿੱਚ ਪੰਜਾਬੀ ਨੂੰ ਇੱਕ ਵਿਸ਼ੇ ਵਜੋਂ ਪੜ੍ਹਾਉਣ ਦੇ ਲਈ ਮੰਗ ਕਰਦਾ ਆ ਰਿਹਾ ਸੀ, ਦੀ ਮਿਹਨਤ ਨੂੰ ਉਸ ਸਮੇਂ ਬੂਰ ਪਿਆ ਜਦੋਂ ਵਿਕਟੋਰੀਆ ਦੇ ਕਿਲਮੋਰ ਇਲਾਕੇ 'ਚ ਸਥਿਤ ਅਜੰਪਸ਼ਨ ਕਾਲਜ ਨੇ ਪੰਜਾਬੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜ੍ਹਾਉਣ ਦਾ ਐਲਾਨ ਕੀਤਾ। ਕਾਲਜ ਦੇ ਪ੍ਰਤੀਨਿਧ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਾਲਜ ਨੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨੂੰ ਇੱਕ ਵਿਸ਼ੇ ਵਜੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ 2023 ਤੋਂ ਸ਼ੁਰੂ ਹੋਣ ਵਾਲੇ ਵਿਦਿਅਕ ਵਰ੍ਹੇ ਦੌਰਾਨ ਹੁਣ ਹੋਰ ਵੀ ਵਿਦਿਆਰਥੀ ਇਸ ਵਿਸ਼ੇ ਦੀ ਚੋਣ ਕਰ ਸਕਣਗੇ। ਵਰਣਨਯੋਗ ਹੈ ਕਿ ਇਸ ਕਾਲਜ ਵਿੱਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਬਹੁਤ ਸਾਰੇ ਵਿਦਿਆਰਥੀ ਇਸ ਸਮੇਂ ਪੜ੍ਹਾਈ ਕਰ ਰਹੇ ਨੇ। ਕੈਥੋਲਿਕ ਭਾਈਚਾਰੇ ਨਾਲ ਸੰਬੰਧਿਤ ਕਾਲਜ ਦੇ ਇਸ ਉਪਰਾਲੇ ਦੀ ਪੰਜਾਬੀ ਭਾਈਚਾਰੇ ਦੁਆਰਾ ਵੱਡੇ ਪੱਧਰ ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਸਥਿਤ ਇੱਕ ਸਿੱਖ ਗੁਰਦੁਆਰਾ ਸਾਹਿਬ ਦੇ ਵਲੰਟੀਅਰ ਭੋਜਨ ਗਰਮ ਕਰਕੇ ਚਾਹ ਅਤੇ ਆਸਰਾ ਲੈ ਕੇ ਉੱਥੇ ਪਹੁੰਚੇ, ਜਿੱਥੇ ਭਾਰੀ ਬਰਫ਼ਬਾਰੀ ਕਾਰਨ ਵੈਨਕੂਵਰ ਦੇ ਆਲੇ ਦੁਆਲੇ ਦੇ ਪੁਲ ਅਤੇ ਹਾਈਵੇ ਬੰਦ ਹੋ ਗਏ ਸਨ। ਇੱਥੇ ਕਈ ਡਰਾਈਵਰ ਫਸ ਗਏ ਅਤੇ ਠੰਡ ਨਾਲ ਕੰਬਣ ਲੱਗੇ ਸਨ। ਗਲੋਬਲ ਨਿਊਜ਼ ਚੈਨਲ ਨੇ ਰਿਪੋਰਟ ਦਿੱਤੀ ਹੈ ਕਿ ਡਰਾਈਵਰਸ ਨੇ ਮੰਗਲਵਾਰ ਰਾਤ ਨੂੰ ਨਿਊ ਵੈਸਟਮਿਨਸਟਰ ਦੇ ਕੁਇਨਜ਼ਬਰੋ ਬ੍ਰਿਜ ਅਤੇ ਹਾਈਵੇ 91 ਤੇ ਗੁਰਦੁਆਰਾ ਸਾਹਿਬ ਸੁਖ ਸਾਗਰ ਦੇ ਵਲੰਟੀਅਰਾਂ ਦੇ ਇੱਕ ਸਮੂਹ ਦੇ ਨਾਲ ਘੰਟਿਆਂ ਤੱਕ ਫਸੇ ਰਹਿਣ ਦੀ ਰਿਪੋਰਟ ਦਿੱਤੀ। ਵਲੰਟੀਅਰਸ ਦੇ ਇਸ ਸਮੂਹ ਨੇ ਕੁਇਨਜ਼ਬਰੋ ਵਾਲੇ ਪਾਸੇ ਦੇ ਪੁਲ ਨਾਲ ਲੱਗਦੇ ਗੁਰਦੁਆਰਾ ਸਾਹਿਬ ਨੂੰ ਆਪਣਾ ਰਸਤਾ ਬਣਾਇਆ ਅਤੇ ਫਸੇ ਹੋਏ ਵਾਹਨ ਚਾਲਕਾਂ ਲਈ ਗਰਮ ਚਾਹ ਅਤੇ ਪੈਕ ਕੀਤੇ ਸਨੈਕਸ ਲੈ ਕੇ ਵਾਪਸ ਪਰਤਿਆ। ਜਿਵੇਂ ਕਿ ਸੂਰਜ ਡੁੱਬਣ ਤੋਂ ਬਾਅਦ ਵੀ ਆਵਾਜਾਈ ਰੁਕੀ ਹੋਈ ਸੀ, ਵਲੰਟੀਅਰਾਂ ਨੇ ਵਾਹਨਾਂ ਵਿੱਚ ਫਸੇ ਲੋਕਾਂ ਲਈ ਖਾਣਾ ਬਣਾਉਣ ਲਈ ਗੁਰਦੁਆਰਾ ਸਾਹਿਬ ਦੀ ਰਸੋਈ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ। ਗਲੋਬਲ ਨਿਊਜ਼ ਚੈਨਲ ਦੇ ਮੁਤਾਬਕ ਖਾਲਸਾ ਦੀਵਾਨ ਸੁਸਾਇਟੀ ਆਫ ਨਿਊ ਵੈਸਟਮਿਨਸਟਰ ਦੇ ਬੁਲਾਰੇ ਅਮਨਦੀਪ ਸਿੰਘ ਗਰਚਾ ਨੇ ਦੱਸਿਆ ਕਿ ਅਸੀਂ ਫੈਸਲਾ ਕੀਤਾ ਕਿ ਸਾਨੂੰ 200 ਤੋਂ 300 ਭੋਜਨ ਤੁਰੰਤ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਭੋਜਨ ਦੀ ਲੋੜ ਪੈਣ ਤੇ ਭੋਜਨ ਪਹੁੰਚਾ ਸਕੀਏ। ਸਮੁੰਦਰੀ ਜਹਾਜ਼ ਦੇ ਹੇਠਲੇ ਹਿੱਸੇ ਦੇ ਰਡਰ 'ਚ ਬੈਠ ਕੇ 3 ਲੋਕਾਂ ਨੇ 11 ਦਿਨ ਦੇ ਅੰਦਰ 3200 ਕਿਲੋਮੀਟਰ ਦਾ ਖਤਰਨਾਕ ਸਫ਼ਰ ਤੈਅ ਕੀਤਾ। ਜਹਾਜ਼ ਦੇ ਜਿਸ ਰੂਡਰ ਤੇ ਤਿੰਨੇ ਲੋਕ ਬੈਠੇ ਸਨ ਉਸ ਤੋਂ ਕੁਝ ਇੰਚ ਦੂਰ ਸਮੁੰਦਰ ਦੀਆਂ ਲਹਿਰਾਂ ਸਨ ਔਰ ਇਹਨਾਂ ਤਿੰਨਾਂ ਨੂੰ ਬਿਨਾਂ ਟਿਕਟ ਦੇ ਯਾਤਰੀਆਂ ਨੇ ਨਾਈਜੀਰੀਆ ਤੋਂ ਕੈਨਰੀ ਆਈਲੈਂਡ ਤੱਕ ਦਾ ਸਫ਼ਰ ਤੈਅ ਕੀਤਾ। ਜਾਣਕਾਰੀ ਦੇ ਮੁਤਾਬਕ ਤੇਲ ਟੈਂਕਰ ਜਹਾਜ਼ ਅਲੀਥੀਨੀ 2 ਦੇ ਰੂਡਰ ਤੇ ਬੈਠ ਕੇ 3 ਲੋਕਾਂ ਨੇ ਯਾਤਰਾ ਕੀਤੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਰੂਡਰ ਕਿਸੇ ਵੀ ਜਹਾਜ਼ ਨੂੰ ਦਿਸ਼ਾ ਦੇਣ ਵਿੱਚ ਮਦਦਗਾਰ ਹੁੰਦਾ ਹੈ। ਇਹ ਹਿੱਸਾ ਜਹਾਜ਼ ਦੇ ਹੇਠਲੇ ਪਾਸੇ ਤੇ ਪਾਣੀ ਨੂੰ ਛੂੰਹਦਾ ਹੋਇਆ ਜਾਂਦਾ ਹੈ। ਸਪੈਨਿਸ਼ ਕੋਸਟ ਗਾਰਡ ਨੇ ਸੋਮਵਾਰ ਨੂੰ ਤਿੰਨੋਂ ਬੇਟਿਕਟ ਲੋਕਾਂ ਦੀ ਫੋਟੋ ਸਾਂਝੀ ਕੀਤੀ। ਇਸ 'ਚੋਂ ਤਿੰਨੋਂ ਰੂਡਰ ਤੇ ਬੈਠੇ ਨਜ਼ਰ ਆ ਰਹੇ ਨੇ। ਇਹਨਾਂ ਲੋਕਾਂ ਦੇ ਪੈਰ ਸਮੁੰਦਰ ਦੀਆਂ ਲਹਿਰਾਂ ਤੋਂ ਕੁਝ ਇੰਚ ਦੂਰ ਦਿਖਾਈ ਦੇ ਰਹੇ ਨੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਖਤਰਨਾਕ ਅਤੇ ਲੰਬੀ ਯਾਤਰਾ ਕਾਰਨ ਤਿੰਨੋਂ ਲੋਕ ਡੀਹਾਈਡਰੇਸ਼ਨ ਅਤੇ ਹਾਈਪੋਥਰਮੀਆ ਤੋਂ ਪੀੜਤ ਹੋ ਗਏ ਨੇ। ਇਸ ਸੰਬੰਧੀ ਮਾਈਗ੍ਰੇਸ਼ਨ ਸਲਾਹਕਾਰ ਸੀਮਾ ਸੰਤਾਨਾ ਨੇ ਕਿਹਾ ਕਿ ਅਜਿਹਾ ਪਹਿਲੀ ਅਤੇ ਆਖਰੀ ਵਾਰ ਨਹੀਂ ਹੋਇਆ। ਬਿਨਾਂ ਟਿਕਟ ਸਫ਼ਰ ਕਰਨ ਵਾਲੇ ਲੋਕਾਂ ਦੀ ਕਿਸਮਤ ਹਮੇਸ਼ਾ ਉਹਨਾਂ ਦੇ ਨਾਲ ਨਹੀਂ ਹੁੰਦੀ। ਜਿਸ ਜਹਾਜ਼ ਵਿੱਚ ਇਹ ਤਿੰਨੇ ਲੋਕ ਆ ਰਹੇ ਸਨ ਉਹ 17 ਨਵੰਬਰ ਨੂੰ ਨਾਈਜੀਰੀਆ ਦੇ
ਲਾਗੋਸ ਸ਼ਹਿਰ ਤੋਂ ਰਵਾਨਾ ਹੋਇਆ। 11 ਦਿਨਾਂ 'ਚ 3200 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਇਹ ਸਪੇਨ ਦੀ ਸਰਹੱਦ 'ਚ ਦਾਖਲ ਹੋਇਆ। ਸਾਲ 2020 ਵਿੱਚ ਇੱਕ 14 ਸਾਲਾ ਨਾਈਜੀਰੀਆ ਲੜਕਾ ਵੀ 15 ਦਿਨਾਂ ਦੀ ਯਾਤਰਾ ਤੋਂ ਬਾਅਦ ਇਸੇ ਤਰ੍ਹਾਂ ਲਾਗੋਸ ਤੋਂ ਸਪੇਨ ਆਇਆ ਸੀ ਔਰ 15 ਦਿਨਾਂ ਦੀ ਯਾਤਰਾ ਦੌਰਾਨ ਉਸਨੇ ਸਮੁੰਦਰ ਦਾ ਪਾਣੀ ਪੀਤਾ ਅਤੇ ਰੂਡਰ ਦੇ ਉਪਰਾਲੇ ਛੇਦ ਤੇ ਸੁੱਤਾ। 2020 ਵਿੱਚ ਹੀ 4 ਲੋਕ 10 ਦਿਨਾਂ ਦੀ ਯਾਤਰਾ ਤੋਂ ਬਾਅਦ ਰੂਡਰ ਦੇ ਪਿੱਛੇ ਮੌਜੂਦ ਕਮਰੇ ਵਿੱਚ ਲੁਕ ਕੇ ਸਪੇਨ ਪਹੁੰਚੇ। ਸਪੇਨ ਦੇ ਗ੍ਰਹਿ ਮੰਤਰਾਲਾ ਦੀ ਰਿਪੋਰਟ ਹੈ ਕਿ ਇਸ ਸਾਲ 11,600 ਲੋਕ ਸਮੁੰਦਰੀ ਰਸਤੇ ਰਾਹੀਂ ਕਿਸ਼ਤੀ ਯਾਤਰਾ ਕਰਕੇ ਦੇਸ਼ ਵਿੱਚ ਦਾਖਲ ਹੋਏ ਨੇ। ਇਹਨਾਂ ਵਿੱਚ ਹਜ਼ਾਰਾਂ ਅਫਰੀਕੀ ਸ਼ਰਨਾਰਥੀ ਸ਼ਾਮਲ ਨੇ। ਪੰਜਾਬ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਤਾਇਨਾਤ ਸੀਮਾ ਸੁਰੱਖਿਆ ਬਲ ਜਨਕੀ BSF ਦਾ ਜਵਾਨ ਵੀਰਵਾਰ ਸਵੇਰੇ 6:30 ਵਜੇ ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰਕੇ ਪਾਕਿਸਤਾਨੀ ਖੇਤਰ 'ਚ ਪਹੁੰਚ ਗਿਆ। ਸੰਘਣੀ ਧੁੰਦ ਕਾਰਨ ਨੌਜਵਾਨ ਨੇ ਇਹ ਗਲਤੀ ਕੀਤੀ। ਇਸ ਜਵਾਨ ਨੂੰ ਪਾਕਿਸਤਾਨੀ ਇਲਾਕੇ 'ਚ ਪਹੁੰਚਦੇ ਹੀ ਪਾਕਿਸਤਾਨ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ। ਲਾਪਤਾ ਜਵਾਨ BSF ਦੀ 66 ਬਟਾਲੀਅਨ ਦਾ ਹੈ। ਉਸ ਦੇ ਸਰਹੱਦ ਪਾਰ ਕਰਨ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਹਰਕਤ ਵਿੱਚ ਆ ਗਏ। ਇਸ ਸੰਬੰਧੀ ਜਦੋਂ ਪਾਕਿਸਤਾਨ ਰੇਂਜਰਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਪੁਸ਼ਟੀ ਕੀਤੀ ਹੈ ਕਿ BSF ਜਵਾਨ ਉਹਨਾਂ ਦੀ ਹਿਰਾਸਤ ਵਿੱਚ ਹੈ। ਇਸ ਤੋਂ ਬਾਅਦ BSF ਅਧਿਕਾਰੀਆਂ ਨੇ ਪਾਕਿਸਤਾਨ ਰੇਂਜਰਾਂ ਨਾਲ ਫਲੈਗ ਮੀਟਿੰਗ ਬੁਲਾਈ ਅਤੇ ਉਹਨਾਂ ਨੂੰ ਜਵਾਨ ਨੂੰ ਰਿਹਾ ਕਰਨ ਲਈ ਕਿਹਾ। ਸ਼ੁਰੂਆਤੀ ਝਿਜਕ ਤੋਂ ਬਾਅਦ ਪਾਕਿਸਤਾਨ ਰੇਂਜਰਾਂ ਨੇ BSF ਜਵਾਨ ਨੂੰ ਰਿਹਾ ਕਰਨ ਲਈ ਸਹਿਮਤੀ ਦਿੱਤੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰ ਦਿਓ। ਸ਼ੁਕਰੀਆ। ਸਤਿ ਸ੍ਰੀ ਅਕਾਲ।